ਦੁਸ਼ਮਣ ਵੀ ਕਹਿੰਦੇ ਮਿੱਤਰ ਹੋ ਜਾਂਦੇ। ਗੁਰੂ का नाम ही ऐसा है। ਸਾਡੇ ਸਭਨਾਂ ਦੇ ਵੱਡੇ ਭਾਗ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਮਹਾਂਪੁਰਖਾਂ ਨੇ ਸਾਡੇ ਤੇ ਅੱਤ ਤਰਸ ਖਾ ਕੇ ਆਪਣੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਆ ਹੈ। ਇਹ ਜਿਹੜੀਆਂ ਘੜੀਆਂ ਨਾ, ਅਸੀਂ ਬਹੁਤ ਵਾਰ ਸੁਣਿਆ ਕਿ ਬਹੁਤ ਔਖੀਆਂ ਮਿਲਦੀਆਂ। ਔਖੀਆਂ ਮਿਲਣ ਤੋਂ ਭਾਵ ਅਸੀਂ ਬੈਠ ਜਾਂਦੇ ਹਾਂ, ਪਰ ਸਾਡਾ ਮਨ ਇੱਥੇ ਕਈ ਵਾਰ ਹਾਜ਼ਰ ਨਹੀਂ ਹੁੰਦਾ, ਸਰੀਰ ਹਾਜ਼ਰ ਹੁੰਦਾ ਹੈ। ਹੁਣ ਘਰ ਦੇ ਵਿੱਚ ਕੋਈ ਚੀਜ਼ ਗਵਾਚੀ ਹੋਵੇ, ਆਪਾਂ ਉਸ ਚੀਜ਼ ਨੂੰ ਲੱਭਣ ਦਾ ਯਤਨ ਕਰਦੇ ਹਾਂ, ਲੱਭਦਿਆਂ ਮਨ ਵਿੱਚ ਇੱਛਾ ਹੁੰਦੀ ਹੈ ਉਹ ਚੀਜ਼ ਲੱਭ ਜਾਣੀ ਹੈ, ਮਿਲ ਜਾਣੀ ਹੈ, ਆਪਾਂ ਯਤਨ ਕਰਦੇ ਹਾਂ। ਤੇ ਉਹ ਜਦੋਂ ਯਤਨ ਕਰਦੇ ਹਾਂ, ਵਾਰ-ਵਾਰ ਕੋਸ਼ਿਸ਼ਾਂ ਕਰਦੇ ਹਾਂ, ਗਵਾਚੀ ਹੋਈ ਚੀਜ਼ ਸਾਨੂੰ ਲੱਭ ਜਾਂਦੀ ਹੈ। ਉਹ ਬੰਦਾ ਗਵਾ ਜਾਂਦਾ ਮੇਲੇ ਵਿੱਚ, ਉਹ ਵੀ ਲੱਭ ਜਾਂਦਾ। ਕੋਈ ਵੀ ਚੀਜ਼ ਘਰ ਵਿੱਚ ਗਵਾਚੀ, ਸੂਈ ਵੀ ਗਵਾਚੀ, ਉਹ ਵੀ ਲੱਭ ਜਾਂਦੀ ਹੈ। ਪਰ ਕਹਿੰਦੇ ਜਿਹੜੀ ਸਾਥ ਦੀ ਸੰਗਤ ਹੈ ਨਾ, ਗੁਰੂ ਕੀ ਸੰਗਤ, ਇਹ ਕਹਿੰਦੇ ਪੈਸੇ ਦੇ ਕੇ ਮੁੱਲ ਨਹੀਂ ਮਿਲਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਭਾਗਾਂ ਤੋਂ ਬਗੈਰ ਨਹੀਂ ਮਿਲਦੀ। ਜਿਸ ਕਿਸੇ ਨੇ ਵੀ ਪੂਰਬਲੇ ਜਨਮ ਵਿੱਚ, ਪਿਛਲੇ ਜਨਮ ਵਿੱਚ ਬਹੁਤਾ ਕੋਈ ਚੰਗਾ ਕਰਮ ਕੀਤਾ ਹੋਵੇ, ਪੁੰਨਦਾਨ ਕੀਤਾ ਹੋਵੇ, ਤਾਂ ਉਸ ਪ੍ਰਾਣੀ ਨੂੰ ਸਤਸੰਗਤ ਦਾ ਸੁਭਾਗ ਸਮਾਂ ਬਖਸ਼ਿਸ਼ ਹੁੰਦਾ ਹੈ। ਮਹਾਰਾਜ ਸਮਝਾਉਣਾ ਕਰਦੇ ਹਨ, ਬੜ ਭਾਗੀ ਹਰ ਸੰਗਤ। ਕਹਿੰਦੇ ਵੱਡਿਆਂ ਭਾਗਾਂ ਵਾਲੇ ਉਸ ਨੂੰ ਸੰਗਤ ਮਿਲੀ ਹੈ ਗੁਰੂ ਦੀ। ਬੱਸਾਂ ਅੱਡਿਆਂ ਤੇ ਬੜਾ ਇਕੱਠ ਹੈ, ਹਵਾਈ ਜਹਾਜ਼ਾਂ ਦੇ ਅੱਡਿਆਂ ਤੇ ਬੜਾ ਇਕੱਠ ਹੈ, ਰੇਲਵੇ ਸਟੇਸ਼ਨਾਂ ਤੇ, ਪਰ ਅਸੀਂ ਉਸ ਨੂੰ ਸੰਗਤ ਨਹੀਂ ਕਹਿ ਸਕਦੇ। ਜੇ ਇਕੱਠ ਦਾ ਨਾਮ ਸੰਗਤ ਹੈ, ਇਕੱਠ ਤਾਂ ਬਾਹਰ ਦੁਨੀਆ ਦੇ ਵਿੱਚ ਹੋਰ ਵੀ ਬਹੁਤ ਜਗ੍ਹਾ ਤੇ। ਮਹਾਰਾਜ ਸਮਝਾਉਣਾ ਕਰਦੇ, ਬੜ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ। ਕਹਿੰਦੇ ਬਗੈਰ ਭਾਗਾਂ ਤੋਂ ਵੀ ਦਰ ਚੋਟਾਂ ਖਾਂਦੇ ਆ। ਭਾਗਹੀਣ ਭਰਮ ਚੋਟਾਂ ਖਾਵੈ। ਅੱਗੇ ਸਮਝਾਉਣਾ ਕਰਦੇ ਆ, ਬੇਨ ਭਾਗਾਂ ਸਤ ਸੰਗ ਨਾ ਲੱਭੈ। ਮੈਂ ਪਹਿਲਾਂ ਬੇਨਤੀ ਕੀਤੀ ਕਿ ਗਵਾ ਚੀਜ਼ ਤਾਂ ਲੱਭ ਜਾਂਦੀ ਹੈ, ਪਰ ਮਹਾਰਾਜ ਕਹਿੰਦੇ ਬੇਨ ਭਾਗਾਂ ਸਤ ਸੰਗ ਨਾ ਲੱਭੈ। ਭਾਗਾਂ ਤੋਂ ਬਗੈਰ ਸੰਗਤ ਨਸੀਬ ਨਹੀਂ ਹੁੰਦੀ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਪਹਿਲੀ ਗੱਲ ਤਾਂ ਭਾਗਾਂ ਤੋਂ ਬਗੈਰ ਸੰਗਤ ਨਹੀਂ ਮਿਲਦੀ। ਸੰਗਤ ਮਿਲੇਗੀ ਤਾਂ ਮਨ ਦੀ ਮੈਲ ਕੱਟੀ ਜਾਊਗੀ। ਮਨ ਦੀ ਮੈਲੇ ਤਾਂ ਕੱਟੀ ਜਾਣੀ ਹੈ, ਜਨਮਾਂ ਜਨਮਾਂ ਦੇ ਪਾਪ ਧੋਤੀ ਤਾਂ ਜਾਣੇ ਹੈ ਜਦੋਂ ਸੰਗਤ ਨਸੀਬ ਹੋਵੇਗੀ। ਵੱਡੇ ਇਕੱਠ ਨੂੰ ਆਪਾਂ ਸੰਗਤ ਨਹੀਂ ਕਹਿ ਸਕਦੇ। ਸੰਗਤ ਦੀ ਨਿਸ਼ਾਨੀ ਮਹਾਰਾਜ ਨੂੰ ਪੁੱਛ ਲੈਂਦੇ ਹਾਂ, ਸੰਗਤ ਦੀ ਨਿਸ਼ਾਨੀ ਕੀ ਹੈ ਔਰ ਸੰਗਤ ਵਿੱਚ ਸਾਨੂੰ ਬੈਠਣਾ ਕਿਵੇਂ ਚਾਹੀਦਾ। ਇਹ ਸਾਰਾ ਕੁਝ ਮਹਾਰਾਜ ਸਮਝਾਉਣਾ ਕਰਦੇ ਹਨ। ਇੱਕੋ ਹੀ ਸਕੂਲ ਦੇ ਅਸੀਂ ਵਿਦਿਆਰਥੀ ਹਾਂ। ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਟੀਚਰ ਜੋ ਸਾਨੂੰ ਸਮਝਾਉਣਾ ਕਰਦੇ ਆ, ਮਹਾਰਾਜ ਸਮਝਾਉਣਾ ਕਰਦੇ ਆ ਸੰਗਤ ਕਿਹੋ ਜਿਹੀ ਹੋਵੇ, ਸੰਗਤ ਦੀ ਨਿਸ਼ਾਨੀ ਕੀ ਹੈ। ਸਤ ਸੰਗਤ ਕੈਸੀ ਜਾਣੀ, ਸੰਗਤ ਕਿੱਦਾਂ ਦੀ ਹੋਵੇ। ਇਕੱਠ ਦਾ ਨਾਮ ਸੰਗਤ ਹੈ ਨਹੀਂ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣਿਆ, ਜਿੱਥੇ ਏਕੋ ਨਾਮ ਬਖਾਣੀ, ਜਿੱਥੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੋਵੇ, ਦੂਜੀ ਤੀਜੇ ਬੰਦੇ ਦੀ ਗੱਲ ਨਾ ਹੋਵੇ। ਕਿਸੇ ਅਹੁਦੇ ਦਾ ਨਾਮ ਨਹੀਂ ਇੱਥੇ ਲਿਆ ਜਾਂਦਾ। ਇੱਥੇ ਆਪਾਂ ਗੁਰੂ ਕੇ ਚਰਨਾਂ ਤੇ ਸਾਰੇ ਭਿਖਾਰੀ ਹਾਂ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ। ਇੱਥੇ ਕਾਲ ਪੁਰਖ ਵਾਹਿਗੁਰੂ ਦੇਣ ਵਾਲਾ, ਦਾਤਾ ਦੇਣ ਵਾਲਾ। ਆਪਾਂ ਸਾਰੇ ਇੱਥੇ ਮੰਗਦੇ ਹਾਂ। ਜਿੱਥੇ ਏਕੋ ਨਾਮ ਬਖਾਣੀ ਹੈ, ਜਿੱਥੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੋਵੇ, ਉਹਨੂੰ ਸੰਗਤ ਆਖਿਆ ਜਾਂਦਾ ਹੈ। ਮਹਾਰਾਜ ਸੰਗਤ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਲਾਹਾ ਪ੍ਰਾਪਤ ਕੀਤਾ ਜਾਂਦਾ ਹੈ। ਮਹਾਰਾਜ ਸਮਝਾਉਣਾ ਕਰਦੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਤਰੀ ਅਸ਼ਟਪਦੀ ਦੇ ਵਿੱਚ, ਪ੍ਰਭ ਕੀ ਉਸਤਤ ਕਰੋ ਸੰਤ ਕੀ। ਕਹਿੰਦੇ ਜੇ ਤੂੰ ਸਮਾਂ ਅੱਜ ਕੱਢੇ ਜਾ ਨਾ ਗੁਰੂ ਕੀ ਸੰਗਤ ਵਿੱਚ ਬੈਠਣ ਦਾ, ਤਾਂ ਇੱਕ ਦੋ ਗੱਲਾਂ ਦਾ ਭਾਈ ਖਿਆਲ ਰੱਖੀ। ਮਹਾਰਾਜ ਕਿਹੜੀਆਂ ਕਿਹੜੀਆਂ? ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਅੱਗੇ ਮਹਾਰਾਜ ਕਹਿੰਦੇ ਜੇ ਤੈਂ ਸਮਾਂ ਕੱਢ ਲਿਆ ਪਰਮਾਤਮਾ ਦੀ ਉਸਤਤ ਕਰਨ ਦਾ, ਸਾਵਧਾਨ ਇਕਾਗਰ ਚੀਤ। ਕਹਿੰਦੇ ਸਾਵਧਾਨਤਾ ਦੇ ਨਾਲ, ਉਹਨੂੰ ਇਕਾਗਰਤਾ ਦੇ ਨਾਲ ਤੈਨੂੰ ਬੈਠਣਾ ਪਵੇਗਾ। ਆਪੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਨਾ ਭੁੱਲ ਕੇ ਕਈ ਵਾਰ ਸਾਡਾ ਸਰੀਰ ਇੱਥੇ ਹਾਜ਼ਰ ਹੁੰਦਾ,
ਮਨ ਸਾਡਾ ਘੁੰਮਦਾ ਜੀ ਪਸ਼ੂਆਂ ਨੂੰ ਧੁੱਪ ਆ ਗਈ ਹੋਣੀ, ਚਲੋ ਚੱਲੀਏ ਘਰ। ਪਸ਼ੂ ਸਾਡੇ ਪਿਆਸੇ ਹੋਣੇ, ਪੱਠੇ ਨਹੀਂ ਕਿਸੇ ਨੇ ਪਾਏ ਹੋਣੇ, ਸਾਡਾ ਕੰਮ ਖੜ ਜਾਣਾ। ਕਹਿਣ ਤੋਂ ਭਾਵ ਸਾਡਾ ਮਨ ਵੀ ਹਾਜ਼ਰ ਹੋਵੇ। ਜਿੱਥੇ ਤਨ ਕਰਕੇ ਬੈਠੇ ਉੱਥੇ ਸਾਡਾ ਜੇ ਮਨ ਹਾਜ਼ਰ ਹੋਵੇ ਨਾ ਤਾਂ ਗੱਲ ਬਣਨੀ, ਤਾਂ ਸਾਡੀ ਹਾਜ਼ਰੀ ਲੱਗਣੀ। ਇੰਨੀ ਤਾਂ ਕਹਿੰਦੇ ਹਵਾਈ ਜਹਾਜ਼ ਦੀ ਸਪੀਡ ਹੈ ਨਹੀਂ ਜਿੰਨੀ ਸਾਡੇ ਮਨ ਦੀ ਸਪੀਡ ਹੈ। ਇਹ ਬਗੈਰ ਟਿਕਟ ਤੋਂ ਬਗੈਰ ਵੀਜ਼ ਤੋਂ ਦੇਸ਼ਾਂ ਵਿਦੇਸ਼ਾਂ ਘੁੰਮਿਆ ਤਾਂ ਬੈਠਾ ਇੱਥੇ। ਇੰਨੀ ਸਪੀਡ ਹੈ ਸਾਡੇ ਮਨ ਦੀ। ਬਗੈਰ ਵੀਜ਼ੇ ਟਿਕਟਾਂ ਤੋਂ ਕਹਿੰਦੇ ਦੇਸ਼ਾਂ ਆਸਟ੍ਰੇਲੀਆ ਕਿਤੇ ਕਿਤੇ ਘੁੰਮਿਆ ਦਾ ਦੇਸ਼ਾਂ ਵਿਦੇਸ਼ਾਂ ਵਿੱਚ। ਵਿਦੇਸ਼ਾਂ ਵਿੱਚ ਬੈਠਾ ਬੰਦਾ ਇੱਧਰ ਤਾਂ ਸੋਚਦਾ ਰਹਿੰਦਾ। ਇੰਨੀ ਸਪੀਡ ਹੈ ਸਾਡੇ ਮਨ ਦੀ। ਪਰ ਮਹਾਰਾਜ ਸਮਝਾਉਣਾ ਕਰਦੇ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ। ਮਨ ਨੂੰ ਮਾਰ ਕੇ ਬੈਠਣਾ ਪਵੇਗਾ। ਮਨ ਤਾਂ ਕਹਿੰਦਾ ਛੱਡ ਕੇ ਆ ਬੈਠਣਾ ਇੱਥੇ, ਚਲੋ ਚੱਲੀਏ। ਪਰ ਜਿਹੜੀ ਸੰਗਤ ਹੈ ਨਾ ਵੱਡਿਆਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦੀ ਹੈ। ਜਿਹੜੇ ਮਨਮੁਖ ਬੰਦੇ ਆ, ਮੈਂ ਕਿਸੇ ਬੰਦੇ ਦੀ ਗੱਲ ਨਹੀਂ ਕਰ ਰਿਹਾ, ਜਿਨ੍ਹਾਂ ਨੂੰ ਬਾਣੀ ਨਹੀਂ ਚੰਗੀ ਲੱਗਦੀ, ਉਹਨਾਂ ਨੂੰ ਮਹਾਰਾਜ ਨੇ, ਉਹਨਾਂ ਪ੍ਰਾਣੀਆਂ ਨੂੰ ਜਿਨ੍ਹਾਂ ਨੂੰ ਗੁਰੂ ਕੀ ਸੰਗਤ ਚੰਗੀ ਨਹੀਂ ਲੱਗਦੀ, ਉਹਨਾਂ ਨੂੰ ਮਹਾਰਾਜ ਨੇ ਕਾਂ ਦੇ ਸਮਾਨ ਦੱਸਿਆ, ਕਾਂ ਦੇ ਸਮਾਨ। ਔਰ ਗੁਰਮੁਖ ਨੂੰ ਹੰਸ ਦੀ ਹਸਤੀ ਦਿੱਤੀ ਹੈ। ਗੁਰਬਾਣੀ ਵਿੱਚ ਗੁਰੂ ਕੀ ਸਿੱਖ ਨੂੰ ਹੰਸ ਵਾਂਗੂ ਜਾਣਿਆ, ਕਿਉਂਕਿ ਹੰਸਾਂ ਦੀ ਖੁਰਾਕ ਹੁੰਦੀ ਹੈ ਹੀਰੇ ਮੋਤੀ ਚੁਗਣੇ। ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਦਾ ਖਾਣਾ। ਉਹਨੇ ਵੱਡੇ ਵੱਡੇ ਦੂਰ ਸਮੁੰਦਰਾਂ ਦੇ ਜਾ ਕੇ ਹੀਰੇ ਮੋਤੀ ਚੁਗਣੇ। ਤੇ ਜਿਹੜੇ ਕਾਂ ਆ, ਕਾਂ ਨੂੰ ਕਹਿੰਦੇ ਭਾਵੇਂ ਕਪੂਰ ਦੇ ਕੋਲ ਬਿਠਾ ਦਿਓ, ਕਪੂਰ ਦੇ ਢੇਰ ਦੇ ਕੋਲ ਬਿਠਾ ਦਿਓ, ਫਿਰ ਵੀ ਉਹਨੇ ਕਪੂਰ ਨੂੰ ਤਾਂ ਚੁੰਝ ਨਹੀਂ ਮਾਰਨੀ, ਕਹਿੰਦੇ ਗੰਦਗੀ ਨੂੰ ਹੀ ਮੂੰਹ ਮਾਰਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨਾ ਮਰਜੀ ਕਹਿੰਦੇ ਗੁਰੂ ਭਾਈ ਤੂੰ ਗੁਰਦੁਆਰੇ ਚੱਲ ਜਾ ਕਰ, ਪੜ੍ਹ ਪੜ੍ਹ ਕੇ ਗੁਰਦੁਆਰੇ ਭਾਵੇਂ ਲੈ ਆਈ ਜੋ। ਜਿਸ ਬੰਦੇ ਦਾ ਮਨ ਹੀ ਨਹੀਂ ਮੰਨਦਾ ਗੁਰੂ ਕੀ ਬਾਣੀ ਸੁਣਨ ਨੂੰ, ਉਹਨੇ ਕਿਹੜਾ ਮੈਂ ਤਾਂ ਫਿਰ ਗਾਣੇ ਚੰਗੇ ਲੱਗਦੇ, ਮੈਂ ਤਾਂ ਗਾਣੇ ਸੁਣ, ਮੈਂ ਤਾਂ ਠੇਕੇ ਪਰੇ ਜਾਣਾ, ਮੈਂ ਗੁਰਦੁਆਰੇ ਜਾਣਾ ਸ਼ਾਮ ਦਾ ਸਮਾਂ। ਕਹਿਣ ਤੋਂ ਭਾਵ ਜਿਸ ਤਰ੍ਹਾਂ ਕਾਂ ਕਪੂਰ ਦੇ ਕੋਲ ਨਹੀਂ ਜਾਂਦਾ ਨਾ, ਇਸ ਤਰ੍ਹਾਂ ਮਨਮੁਖ ਬੰਦੇ ਦੀ ਨਿਸ਼ਾਨੀ ਹੈ, ਗੁਰਮੁਖਾਂ ਦੀ ਨਿਸ਼ਾਨੀ ਹੈ। ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ ਕਿਰਪਾ ਕਰੇ ਚਾਦਰ ਕੀ ਗਾਈ। ਸਿੱਖ ਮਤ ਸਬੁੱਧ ਕੁਮਾਰੀ ਮੰਦਰ ਸ਼ਾਮਾ ਤੇਰੇ, ਤੁਝ ਬਿਨ ਅਬਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ। ਇੱਥੇ ਮਹਾਰਾਜ ਨੇ ਏਦਾਂ ਨਹੀਂ ਕਹਿੰਦਾ ਗੁਣ ਗਾਵਾਂ ਕਦੇ ਕਦੇ ਤੇਰੇ, ਗੁਣ ਗਾਵਾਂ ਨਿਤ ਤੇਰੇ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਗੁਰੂ ਕੋ ਸਿੱਖ ਇਹ ਮੰਗਦਾ, ਗੁਰੂ ਕੀ ਗੁਰੂ ਘਰ ਤੋਂ ਇਹ ਦਾਤਾਂ ਪ੍ਰਾਪਤ ਕਰਦਾ, ਮੰਗਦਾ। ਤੇ ਅਸੀਂ ਵੀ ਖਿਆਲ ਕਰੀਏ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ। ਪਰ ਮਨਮੁਖਾਂ ਦੀ ਨਿਸ਼ਾਨੀ ਇਹੀ ਹੈ, ਉਹਨਾਂ ਨੇ ਤਾਂ ਪਰੇ ਪਰੇ ਭੱਜਣਾ ਪੜਿਆ ਕਰਦੇ ਆ। ਅਸੀਂ ਵੱਡਿਆਂ ਭਾਗਾਂ ਵਾਲੇ ਆ ਜੇ ਸਾਡਾ ਮਨ ਇੱਥੇ ਹਾਜ਼ਰ ਹੈ। ਇੱਥੋਂ ਕੁਝ ਨਾ ਕੁਝ ਪ੍ਰਾਪਤ ਕਰਕੇ ਜਾਈਏ, ਲਾਹਾ ਖੱਟ ਕੇ ਜਾਈਏ। ਉਹ ਮਨਮੁਖ ਨਾ ਸੰਗਤ ਵਿੱਚ ਆਉਂਦੇ, ਕਾਂ ਦੇ ਨਾਲ ਕੰਪੇਅਰ ਕੀਤਾ ਉਸ ਮਨਮੁਖ ਬੰਦੇ ਨੂੰ ਮਹਾਰਾਜ ਨੇ ਗੁਰੂ ਕੀ ਬਾਣੀ ਦੇ ਵਿੱਚ। ਗੁਰੂ ਕੇ ਸਿੱਖ ਦੀ ਹਸਤੀ ਹੰਸ ਵਾਂਗੂ ਜਾਣਿਆ ਗੁਰੂ ਕੇ ਸਿੱਖ ਨੂੰ। ਕਹਿੰਦੇ ਮਨਮੁਖ ਬੰਦਾ ਸੰਗਤ ਵਿੱਚ ਨਹੀਂ ਆਵੇਗਾ। ਜੀ ਮਨਮੁਖ ਨਾ ਸੰਗਤ ਵਿੱਚ ਆਉਂਦੇ, ਕਾਗ ਨਾ ਕਪੂਰ ਚਾਖੂਦੇ। ਮਨਮੁਖ ਨਾ ਸੰਗਤ ਵਿੱਚ ਆਉਂਦੇ, ਕਾਗ ਨਾ ਕਪੂਰ ਚਾਖੂਦੇ। Yeah.
ਇੱਧਰ ਗੁਰਮੁਖ ਕਹਿੰਦਾ ਚੱਲ ਭਾਈ ਚੱਲੀਏ ਗੁਰਦੁਆਰਾ ਸਾਹਿਬ। ਮਨਮੁਖ ਨੂੰ ਤਾਂ ਕਿਤੇ ਗੁਰਬਾਣੀ ਚੰਗੀ ਲੱਗਦੀ। ਇਹ ਗੱਲ ਸਦਾ ਪੱਲੇ ਨਾਲ ਬੰਨ੍ਹ ਕੇ ਰੱਖਿਓ। ਇਤਿਹਾਸ ਕਿਤੇ ਭਾਵੇਂ ਘੱਟ ਸੁਣਾ ਕੇ ਜਾਈਏ, ਜਿਹੜੀਆਂ ਗੁਰਮਤਾਂ ਵਿਚਾਰਾਂ ਦੀ ਸਾਂਝ ਪਾਉਣੇ ਨਾ ਪੱਲੇ ਜ਼ਰੂਰ ਬੰਨ੍ਹ ਕੇ ਜਾਇਆ ਕਰੋ। ਇਹ ਨਾ ਸਮਝਿਆ ਕਰੋ ਵੀ ਇੱਧਰੋਂ ਗੱਲ ਪਾਈ ਇੱਧਰੋਂ ਕੱਢ ਦਿੱਤੀ। ਜ਼ਰੂਰ ਕੁਝ ਨਾ ਕੁਝ ਸਿੱਖ ਕੇ ਜਾਇਆ ਕਰੋ। ਇਹ ਗੁਰੂ ਕਾ ਸਕੂਲ ਹੈ। ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਪੜ੍ਹਨ ਵਾਲਿਆਂ ਦੀ ਲੱਗਦੀ ਫੀਸ ਕੋਈ। ਇਹ ਸਕੂਲ ਇੱਦਾਂ ਦਾ ਹੈ, ਇੱਥੇ ਫੀਸ ਕੋਈ ਨਹੀਂ ਲੱਗਦੀ। ਫੀਸ ਕਿਹੜੀ ਹੈ ਇੱਥੇ? ਬਸ ਮਹਾਰਾਜ ਨੇ ਜਿਹੜੀ ਗੱਲ ਕਹਿਤੀ ਆ, ਵਚਨ ਕਰਤਾ, ਉਹਦੇ ਉੱਤੇ ਪੂਰੀ ਕੋਸ਼ਿਸ਼ ਕਰਨੀ ਹੁਕਮ ਉੱਤੇ ਚੱਲਣ ਦੀ। ਬਾਜਾਂ ਵਾਲਿਆ ਤੇਰੇ ਸਕੂਲ ਅੰਦਰ ਪੜ੍ਹਨ ਵਾਲਿਆਂ ਦੀ ਲੱਗਦੀ ਫੀਸ ਕੋਈ ਨਾ। ਔਰ ਜਦੋਂ ਵੇਖਿਆ ਨਾ ਤੇਰੇ ਸਕੂਲ ਅੰਦਰ ਪੜ੍ਹਨ ਵਾਲਿਆਂ ਦੇ ਧੜਾ ਤੇ ਸੀਸ ਕੋਈ ਨਾ। ਬਾਬਾ ਦੀਪ ਸਿੰਘ ਜੀ ਵਰਗੇ ਇਸੇ ਸਕੂਲ ਦੇ ਵਿਦਿਆਰਥੀ ਆ। ਮਹਾਂਪੁਰਖ ਇੱਥੋਂ ਬੜੇ, ਇਸ ਸਕੂਲ ਚੋਂ ਬੜੇ ਪੈਦਾ ਹੋਏ ਆ। ਕੁਝ ਨਾ ਕੁਝ ਸਿੱਖ ਕੇ ਜਾਈਏ। ਗੁਰੂ ਕੀ ਬਾਣੀ ਉਸ ਬੰਦੇ ਨੂੰ ਚੰਗੀ ਨਹੀਂ ਲੱਗਦੀ, ਮਨਮੁਖ ਬੰਦੇ ਨੂੰ। ਕਿਉਂ? ਇੱਕ ਕੋਈ ਬੰਦਾ ਮਰੀਜ਼ ਹੋਵੇ ਨਾ, ਸਟ੍ਰੈਟਰ 'ਚ ਕਹਿ ਲਵੇ ਹਸਪਤਾਲ ਦੇ ਵਿੱਚ ਦਾਖਲ ਹੈ ਬੰਦਾ ਕੋਈ ਵੀ, ਡਾਕਟਰ ਇਲਾਜ ਕਰਕੇ ਹਟੇ ਵੀ ਕਹਿੰਦੇ ਤੂੰ ਰੱਬ ਰੱਬ ਕਰ ਭਾਈ ਤੇਰਾ ਬਚਣਾ ਮੁਸ਼ਕਲ ਹੈ। ਉਸੇ ਬੰਦੇ ਦੇ ਪਰਿਵਾਰ ਦੇ ਬੰਦੇ ਆਉਂਦੇ ਕਹਿੰਦੇ ਤੂੰ ਸਾਰੀ ਜ਼ਿੰਦਗੀ ਭਾਈ ਤੂੰ ਗੰਦੇ ਗੀਤ ਸੁਣਦਾ ਰਿਹਾ, ਸ਼ਰਾਬਾਂ ਪੀਂਦਾ ਰਿਹਾ, ਲੈ ਅੱਜ ਵੀ ਤੇਰੇ ਕੰਨਾਂ ਦੇ ਕੋਲ ਗਾਣੇ ਸੁਣਾ ਦਿੰਦੇ ਆ, ਸ਼ਾਇਦ ਤੈਨੂੰ ਰਾਮ ਆ ਜਾਵੇ, ਸ਼ਾਇਦ ਤੂੰ ਠੀਕ ਹੋ ਜਾਵੇ। ਤੂੰ ਸਾਰੀ ਜ਼ਿੰਦਗੀ ਗਾਣੇ ਸੁਣੇ ਆ, ਅੱਜ ਤੈਨੂੰ ਗਾਣੇ ਸੁਣਾ ਦਿੰਦੇ ਆ, ਸ਼ਾਇਦ ਤੂੰ ਠੀਕ ਹੋ ਜਾਵੇਂ। ਪਰ ਜੇ ਗਾਣਿਆਂ ਦੇ ਨਾਲ ਮਰੀਜ਼ ਠੀਕ ਹੋਣ ਲੱਗ ਪਣਾ, ਫਿਰ ਤਾਂ ਗੁਰਬਾਣੀ ਝੂਠੀ ਪੈ ਗਈ ਭਾਈ। ਗੁਰਬਾਣੀ ਸੱਚੀ ਹੈ। ਸੱਚਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਗੁਰੂ ਕੀ ਬਾਣੀ ਫਿਰ ਤਾਂ ਝੂਠੀ ਪੈ ਗਈ। ਗੱਲ ਕੀ ਹੈ? ਕਹਿਣਾ ਕੀ ਚਾਹੁੰਦਾ ਮੈਂ? ਗੁਰੂ ਕੇ ਬਾਣੀ ਦੇ ਨਾਲ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬਾਣੀ ਸੁਣਨ ਦੇ ਨਾਲ ਦੁੱਖਾਂ ਰੋਗਾਂ ਦਾ ਸੰਤਾਪ ਦੂਰ ਹੁੰਦਾ ਹੈ। ਕਈ ਵਾਰ ਤਾਂ ਡਾਕਟਰ ਵੀ ਜਵਾਬ ਦੇ ਦਿੰਦੇ ਕਿ ਵੀ ਰੱਬ ਰੱਬ ਕਰੋ, ਰੱਬ ਅੱਗੇ ਅਰਦਾਸ ਕਰੋ। ਗੁਰੂ ਕੀ ਸੰਗਤ ਵਿੱਚ ਇੰਨੀ ਕੁ ਕਹਿ ਲਓ ਵੀ ਇਕਾਗਰਤਾ ਕਹਿ ਲਓ, ਇੰਨੀ ਕੁ ਠੰਡਕ ਹੈ ਇੱਥੇ। ਸਤ ਸੰਗਤ ਦੀਆਂ ਬੇਵਸ ਤਰੰਗਾਂ ਕਹਿ ਲਓ, ਇਹਦੇ ਵਿੱਚ ਇੰਨੀਆਂ ਕੰਮ ਕਰਦੀਆਂ, ਇੰਨੀ ਕੁ ਪਾਵਰਫੁੱਲ ਹੈ, ਇੰਨੀ ਕੁ ਸ਼ਕਤੀਸ਼ਾਲੀ ਹੈ ਕਿ ਦੁਨੀਆ ਦੀ ਕੋਈ ਤਾਕਤ ਨਹੀਂ ਇਸਦੇ ਬਰਾਬਰ। ਮੈਂ ਸੰਗਤ ਦੀ ਨਿਸ਼ਾਨੀ ਕਰਾਂ ਮਹਾਂਪੁਰਖਾਂ ਦੀ ਗੱਲ ਸ਼ੁਰੂ ਕਰਕੇ। ਠੰਡੀ ਕਿਸ ਚੀਜ਼ ਨੂੰ ਮੰਨਿਆ ਗਿਆ? ਇਹ ਮੈਂ ਹਰ ਵਾਰ ਇਹ ਗੱਲ ਕਹਿਣਾ ਹੁੰਦਾ। ਗੁਰੂ ਕੀ ਬਾਣੀ ਦਾ ਵਚਨ ਹੈ, ਸੰਸਕ੍ਰਿਤ ਦੇ ਸ਼ਲੋਕ। ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਪਾਵਨ ਚੰਦਨ ਹੈ, ਨਹਿ ਸੀਤਲੰ ਸੀਤ ਰੁੱਤੇਣ, ਨਾਨਕ ਸੀਤਲੰ ਸਾਧ ਸਵਜਨ ਹੈ। ਪਹਿਲੀ ਪੰਕਤੀ ਆਈ ਹੈ ਨਹਿ ਸੀਤਲੰ ਚੰਦਰ ਦੇਵ ਹੈ। ਦੁਨੀਆ ਮੰਨਦੀ ਹੈ ਚੰਦਰਮਾ ਬਹੁਤ ਠੰਡਾ ਹੈ, ਚੰਦਰਮਾ ਬਹੁਤ ਠੰਡਾ ਮੰਨਿਆ ਜਾਂਦਾ, ਪਰ ਮਹਾਰਾਜ ਕਹਿੰਦੇ ਪਹਿਲੀ ਗੱਲ ਤਾਂ ਇਹ ਦਾਗੀ ਹੈ, ਦੂਜਾ ਇਹ ਇੰਨਾ ਠੰਡਾ ਨਹੀਂ। ਉਸ ਤੋਂ ਅੱਗੇ ਚੱਲਦੇ ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਪਾਵਨ ਚੰਦਰ ਹੈ। 52 ਉਂਗਲਾਂ ਦਾ ਚੰਦਨ ਦਾ ਦਰਖਤ ਹੁੰਦਾ, ਇਹ ਬਹੁਤਾ ਵੱਧਦਾ ਨਹੀਂ ਹੁੰਦਾ, ਪਰ ਠੰਡ ਬਹੁਤ, ਇਹਦੀ ਖੁਸ਼ਬੂ ਬਹੁਤ ਹੈ। ਆਲੇ ਦੁਆਲੇ ਦੇ ਸਾਰੇ ਦਰਖਤਾਂ ਨੂੰ ਇਹ ਖੁਸ਼ਬੂ ਵੰਡਦਾ। ਸਾਰੇ ਆਲੇ ਦੁਆਲੇ ਦੇ ਵਾਤਾਵਰਨ ਜਿੰਨੇ ਵੀ ਬਨਸਪਤੀ ਹੈ, ਸਾਰੇ ਦਰਖਤਾਂ ਵਿੱਚੋਂ ਚੰਦਨ ਵਰਗੀ ਖੁਸ਼ਬੂ ਆਉਣ ਲੱਗ ਜਾਂਦੀ ਹੈ, ਪਰ ਬਾਂਝ ਤੋਂ ਕਦੇ ਸੁਗੰਧੀ ਨਹੀਂ ਹੁੰਦੀ, ਉਹ ਅੰਦਰੋਂ ਖਾਲੀ ਹੁੰਦਾ ਹੈ। ਨਹਿ ਸੀਤਲੰ ਪਾਵਨ ਚੰਦਨ ਹੈ, 52 ਉਂਗਲਾਂ ਦਾ ਚੰਦਨ। ਕਹਿੰਦੇ ਜਿਹੜੇ ਪੰਡਤ ਲੋਕ, ਬ੍ਰਾਹਮਣ ਲੋਕ ਘਸਾ ਕੇ ਮੱਥੇ ਤੇ ਲਾਉਂਦੇ, ਕਹਿੰਦੇ ਮੱਥਾ ਠੰਡਾ ਰਹੂਗਾ, ਸ਼ਾਂਤੀ ਰਹੂਗੀ। ਕਹਿੰਦੇ ਸਾਧ ਸੰਗਤ ਜੀ ਇਹ ਵੀ ਇੰਨਾ ਠੰਡਾ ਨਹੀਂ, ਆਖੋ ਸਤਿਨਾਮ। ਇਹ ਵੀ ਇੰਨਾ ਠੰਡਾ ਨਹੀਂ, ਚੰਦਰਮਾ ਵੀ ਨਹੀਂ ਠੰਡਾ। ਇਹ ਵੀ ਮਹਾਰਾਜ ਨੇ ਇੱਕ ਟਾਕਸ ਕਰ ਦਿੱਤਾ ਗੁਰਬਾਣੀ ਦਾ, ਚੰਦਰਮਾ ਵੀ ਇੰਨਾ ਠੰਡਾ ਨਹੀਂ ਹੈ। 52 ਉਂਗਲਾਂ ਦਾ ਚੰਦਨ ਦਰਖਤ ਸਾਰੀ ਦੁਨੀਆ ਮੰਗਦੀ ਫਿਰਦੀ ਹੈ, ਬੜੀ ਦੁਰਲੱਭ ਮੰਨੀ ਗਈ ਹੈ ਚੰਦਨ ਦੀ ਲੱਕੜੀ। ਇਹ ਵੀ ਕਹਿੰਦੇ ਇੰਨਾ ਠੰਡਾ ਨਹੀਂ ਹੈ। ਨਹਿ ਸੀਤਲੰ ਚੰਦਰ ਦੇਵ ਹੈ, ਨਹਿ ਸੀਤਲੰ ਪਾਵਨ ਚੰਦਨ ਹੈ, ਨਹਿ ਸੀਤਲੰ ਸੀਤ ਰੁੱਤੇਣ। ਕਹਿੰਦੇ ਸਰਦੀ ਦੀ ਰੁੱਤ ਵੀ ਬੜੀ ਠੰਡੀ ਮੰਨੀ ਗਈ ਹੈ। ਹੁਣ ਸਰਦੀ ਦਾ ਮੌਸਮ ਚੱਲਦਾ ਹੈ ਵੀ ਅੱਜ ਵਾਰ ਵੀ ਠੰਡ ਕੱਲ ਨਹੀਂ ਪਈ, ਵੀ ਜਿੰਨੀ ਕੱਲ ਠੰਡ ਪਈ ਅੱਜ ਉਨੀ ਨਹੀਂ ਪਈ। ਅਸੀਂ ਸਰਦੀ ਦੇ ਰੁੱਤ ਨੂੰ ਠੰਡੀ ਮੰਨਦੇ ਹਾਂ, ਮਹਾਰਾਜ ਕਹਿੰਦੇ ਇਹ ਵੀ ਇੰਨੀ ਠੰਡੀ ਨਹੀਂ ਹੈ। ਅੱਛਾ ਮਹਾਰਾਜ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਨਹਿ ਸੀਤਲੰ ਸੀਤ ਰੁੱਤੇਣ, ਨਾਨਕ ਸੀਤਲੰ
ਸਾਧ ਸੰਗਤ ਕਹਿੰਦੇ ਨੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ, ਉਹਨਾਂ ਦੇ ਸੰਗਤ 'ਚ ਇੰਨੀ ਠੰਡ ਹੈ ਨਾ ਹੋਰ ਕਿਤੇ ਵੀ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਨੀ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ, ਸਾਧੂ ਮਹਾਂਪੁਰਖਾਂ ਦੇ ਚਰਨਾਂ ਵਿੱਚ ਰੱਬ ਨੂੰ ਮਨਾਉਣ ਵਾਲੇ ਵਿਚੋਲੇ ਹੀ ਉਹੀ ਹਨ ਜਿਨ੍ਹਾਂ ਨੇ ਸਾਨੂੰ ਰੱਬ ਦੇ ਨਾਲ ਮਿਲਾਉਣਾ ਹੈ। ਇੱਥੇ ਸੰਸਾਰ ਸੰਤਾਂ ਦਾ ਵਿਰੋਧ ਹੋ ਰਿਹਾ ਹੈ, ਭਗਤੀ ਕਰਨ ਵਾਲੇ ਨਾਮ ਗੁਰੂਆਂ ਦਾ ਵਿਰੋਧ ਹੋ ਰਿਹਾ ਹੈ। ਅਗਰ ਜੀ ਸੰਤ ਭਜਾਓ, ਪੰਜਾਬ ਬਚਾਓ, ਇੱਦਾਂ ਕੁਝ ਨਹੀਂ। ਸੰਤ ਨਾ ਹੋਤੇ ਜਗਤ ਮੇ ਤੋਂ ਜਲ ਮਰਦਾ ਸੰਸਾਰ। ਇਹ ਜਿਹੜੀ ਧਰਤੀ ਮਾੜੀ ਮੋਟੀ ਬਚੀ ਹੈ ਨਾ, ਹੁਣ ਉੱਤਰਾਖੰਡ ਕਦੇ ਹੜ੍ਹ ਆਏ, ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ। ਪੰਜਾਬ ਕਿਉਂ ਬਚਿਆ ਹੋਇਆ? ਇੱਥੇ ਗੁਰੂਆਂ ਦੀ ਗੱਲ ਜ਼ਿਆਦਾ ਕੀਤੀ ਜਾਂਦੀ, ਇੱਥੇ ਨਾਮ ਬਾਣੀ ਭਗਤੀ ਵਾਲੀਆਂ ਰੂਹਾਂ ਰਹਿੰਦੀਆਂ ਅੱਜ ਵੀ। ਇੱਥੇ ਮਹਾਂਪੁਰਖਾਂ ਦੇ ਕਰਕੇ ਸੰਸਾਰ ਬਚਿਆ ਹੋਇਆ। ਭਗਤੀ ਮਹਾਂਪੁਰਖ ਅੱਜ ਵੀ ਸੰਸਾਰ ਵਿੱਚ ਕਰ ਰਹੇ ਹੈ। ਜਿਨ੍ਹਾਂ ਮਹਾਂਪੁਰਖਾਂ ਦਾ ਅੱਜ ਨਾਮ ਹੈ ਸੰਸਾਰ ਦੇ ਵਿੱਚ, ਅੱਜ ਉਹਨਾਂ ਕਰਕੇ ਸੰਸਾਰ ਬਚਿਆ ਹੋਇਆ। ਤੇ ਮਹਾਂਪੁਰਖਾਂ ਬਾਰੇ ਮਹਾਰਾਜ ਵੀ ਕਹਿੰਦੇ ਹਨ, ਕਹਿੰਦੇ ਜਿਹੜੀ ਗੱਲ ਕਹਿੰਦੇ ਭਗਤਾਂ ਪਿਆਰਿਆਂ ਨੇ, ਰੱਬ ਦੇ ਪਿਆਰੇ ਨੇ ਕਹਿ ਦਿੱਤੀ ਨਾ, ਉਹ ਮੈਂ ਟਾਲ ਨਹੀਂ ਸਕਦਾ। ਜਿਹੜੀ ਉਹਨਾਂ ਨੇ ਗੱਲ ਕਹਿ ਦਿੱਤੀ, ਮੈਂ ਜਿਹੜੀ ਮਹਾਰਾਜ ਕਹਿੰਦੇ ਜਿਹੜੀ ਗੱਲ ਮੈਂ ਕਹਿ ਤਾਂ ਵਚਨ ਕਰਦਾ ਵਾਂ ਨਾ, ਉਹ ਭਗਤਾਂ ਦੀ ਮਰਜ਼ੀ ਹੈ, ਉਹਨੂੰ ਮੰਨਣਾ ਜਾਂ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਹੈ। ਪਰ ਜਿਹੜੀ ਭਗਤਾਂ ਨੇ ਪਿਆਰੇ ਨੇ ਗੱਲ ਕਹਿ ਦਿੱਤੀ ਨਾ, ਜਿਹੜਾ ਵਚਨ ਕੱਢ ਦਿੱਤਾ, ਉਹ ਤਾਂ ਕਹਿੰਦੇ ਪੂਰਾ ਹੋਣਾ ਹੀ ਹੋਣਾ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਹਰ ਜਨ ਕੋਈ ਇੱਕ ਹੈ। ਕਹਿੰਦੇ ਸੰਸਾਰ ਨੂੰ ਲੱਗਦਾ ਇਹ ਦੋ ਹੈ, ਪਰ ਹੈ ਅਸਲ ਵਿੱਚ ਇੱਕੋ ਹੀ ਹੈ। ਗੁਰੂ ਕੀ ਬਾਣੀ ਵਿੱਚ ਪੜ੍ਹਦੇ ਹਾਂ ਹਰ ਜਨ, ਹਰ ਤੋਂ ਭਾਵ ਪਰਮਾਤਮਾ, ਹਰ ਜਨ ਤੋਂ ਭਾਵ ਪਰਮਾਤਮਾ ਦੇ ਭਗਤ ਪਿਆਰੇ ਇਹਨਾਂ ਦੀ ਅੱਜ ਪੂਜਾ ਹੋ ਰਹੀ ਹੈ। ਬਾਬਾ ਤੀਰਜ ਪੱਤਨੀ ਵਰਗੇ ਮਹਾਂਪੁਰਖਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ। ਸਾਰੀ ਸੰਗਤ ਵੱਲੋਂ, ਸਾਰੇ ਨਗਰ ਵੱਲੋਂ ਬੜੀ ਸ਼ਰਧਾ ਭਾਵ ਨਾਲ ਮਨਾ ਰਹੇ ਹਾਂ। ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਹਰ ਜਨ ਕੋਈ ਇੱਕ ਹੈ, ਬਿਬ ਵਿਚਾਰ ਕਛ ਨਾਹੀਂ। ਕਹਿੰਦੇ ਇਹਦੇ ਵਿੱਚ ਸਾਹ ਸੰਗਤ ਬਹੁਤਾ ਫਰਕ ਨਾ ਜਾਣੋ, ਫਰਕ ਨਾ ਸਮਝੋ। ਬਿਬ ਵਿਚਾਰ ਕਛ ਨਾਹੀਂ, ਜਲ ਦੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੀ। ਜਿਸ ਤਰ੍ਹਾਂ ਕਹਿੰਦੇ ਸਮੁੰਦਰ ਹਿਲਦਾ ਨਾ ਜਦੋਂ ਹਵਾ ਚੱਲਦੀ ਹੈ, ਤਰੰਗਾਂ ਉੱਠਦੀਆਂ, ਜਲ ਦੇ ਵਿੱਚੋਂ ਤਰੰਗਾਂ ਉੱਠਦੀਆਂ, ਮੁੜ ਕੇ ਫਿਰ ਕਹਿੰਦੇ ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉੱਠਦੀਆਂ ਮੁੜ ਕੇ ਫਿਰ ਸਮੁੰਦਰ ਦਾ ਰੂਪ ਹੋ ਜਾਂਦੀ। ਇਸੇ ਤਰ੍ਹਾਂ ਰੱਬ ਦੇ ਪਿਆਰੇ ਹਨ ਸੰਸਾਰ ਵਿੱਚ। ਆਮ ਕਹਿ ਲਓ ਜਿੱਦਾਂ ਮਾਤਾ ਆਪਣੇ ਪੁੱਤਰ ਨੂੰ ਜਨਮ ਦਿੰਦੀ ਹੈ, ਇਸੇ ਤਰ੍ਹਾਂ ਸੰਸਾਰ ਵਿੱਚ ਆਉਂਦੇ ਹੈ, ਪਰ ਅਸਲ ਵਿੱਚ ਉਹ ਸਦਾ ਹੀ ਜਿਉਂਦੇ ਹੈ। ਜਨਮ ਮਰਨ ਦੁਖ ਹੂ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਦਾਇਨ ਹਰ ਸਿਉ ਨੈ ਮਿਲਾਏ। ਉਹ ਸਾਨੂੰ ਪਰਮਾਤਮਾ ਦੇ ਨਾਲ ਮਿਲਾਣ ਆਏ। ਜੇ ਅਸੀਂ ਕਹਿੰਦੇ ਜੀ ਮਹਾਂਪੁਰਖ ਹੈ ਜੀ, ਗੁਰੂ ਪੂਰਾ ਸਾਡਾ ਗੁਰੂ ਪੂਰਾ ਆ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਗਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੀ ਹੋਗਾ। ਕਿਸੇ ਬੰਦੇ ਨੂੰ ਕਹਿ ਦਈਏ ਨਾ ਜੀ ਰੱਬ ਹੈਗਾ ਹੈ, ਪਹਿਲੀ ਗੱਲ ਤਾਂ ਸਮਾਂ ਇਦਾਂ ਦਾ ਬੰਦਾ ਯਕੀਨ ਨਹੀਂ ਕਰਦਾ ਵੀ ਰੱਬ ਹੈਗਾ ਨਹੀਂ ਹੈਗਾ। ਜੇ ਕਹਿੰਦੇ ਵੀ ਰੱਬ ਹੈ, ਅਗਲਾ ਕਹਿੰਦਾ ਕਿੱਥੇ ਹੈ। ਹੁਣ ਦੁੱਧ ਦੇ ਵਿੱਚ ਮੱਖਣ ਘਿਓ ਸਭ ਕੁਝ ਹੈਗਾ, ਪਰ ਸਾਨੂੰ ਦੇਖ ਨਹੀਂ ਰਿਹਾ। ਹੈ ਤਾਂ ਦੁੱਧ ਵਿੱਚ ਸਭ ਕੁਝ, ਉਹਦੀ ਪ੍ਰਕਿਰਿਆ ਮੱਖਣ ਘਿਓ ਕੱਢਣ ਲਈ ਕਿੰਨੀ ਵੱਡੀ ਪ੍ਰਕਿਰਿਆ, ਸਭ ਕੁਝ ਕਰਨਾ ਪਵੇਗਾ, ਜਾਗ ਲਾਉਣਾ ਪਵੇਗਾ। ਹੈ ਸਭ ਕੁਝ ਦੇ ਵਿੱਚ ਹੀ ਹੈ। ਕਹਿੰਦੇ ਸਮੁੰਦਰ ਦਾ ਰੂਪ ਜਿਹਦਾ ਤਰੰਗਾ ਮੁੜ ਕੇ ਫਿਰ ਸਮੁੰਦਰ ਦਾ ਰੂਪ ਹੋ ਜਾਂਦੀ। ਇਸੇ ਤਰ੍ਹਾਂ ਮਹਾਂਪੁਰਖ ਹਰ ਜਨ ਕੋਈ ਇੱਕ ਹੈ, ਬੇਵਿਚਾਰ ਕਛ ਨਾਹੀਂ, ਜਲ ਦੇ ਉਪਜੈ ਤਰੰਗੇ ਨੂੰ ਜਲ ਹੀ ਵਿਖੇ ਸਮਾਇਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਅਸੀਂ ਤਾਂ ਸੰਸਾਰ ਦੇ ਵਿੱਚ ਕਰਮਾਂ ਦਾ ਫਲ ਭੋਗਣ ਵਾਸਤੇ ਆਏ ਹਾਂ। ਅਸੀਂ ਸੰਸਾਰ ਇਹ ਗੱਲ ਚੇਤੇ ਰੱਖਿਓ, ਅਸੀਂ ਸੰਸਾਰ ਵਿੱਚ ਆਪਣੇ ਆਏ ਹਾਂ ਕਰਮਾਂ ਦੇ ਬੱਚੇ। ਤੇ ਜਿਹੜੇ ਮਹਾਂਪੁਰਖ ਆਉਂਦੇ ਆ ਉਹ ਕਰਮਾਂ ਦੇ ਬੱਚੇ ਨਹੀਂ ਆਉਂਦੇ, ਉਹਨਾਂ ਨੂੰ ਪਰਮਾਤਮਾ ਆਪ ਡਿਊਟੀਆਂ ਲਾ ਕੇ ਭੇਜਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੰਸਾਰ ਦੇ ਕਲਿਆਣ ਵਾਸਤੇ ਮਹਾਂਪੁਰਖਾਂ ਨੂੰ ਭੇਜਣਾ ਕਰਕੇ ਸੰਸਾਰ ਦਾ ਭਲਾ ਕਰੋ। ਜੇ ਮਹਾਂਪੁਰਖ ਸੰਸਾਰ ਦੇ ਹੋਣ ਨਾ ਤਾਂ ਸਾਰੇ ਦੁਨੀਆ ਕੋਈ ਵੀ ਨਾ ਰੱਬ ਨੂੰ ਮੰਨੇ। ਇਸ ਸੰਸਾਰ ਤੇ ਰੱਬ ਨੂੰ ਮੰਨਣ ਵਾਲੇ ਵੀ ਹਨ, ਜਿਹੜੇ ਰੱਬ ਨੂੰ ਨਹੀਂ ਮੰਨਦੇ ਉਹ ਵੀ ਇਸੇ ਸੰਸਾਰ ਵਿੱਚ ਹਨ। ਪਰ ਅਸਲ ਵਿੱਚ ਜਿਹਦੇ ਮਨ ਵਿੱਚ ਇੱਛਾ ਹੁੰਦੀ ਕਿ ਮੈਨੂੰ ਰੱਬ ਦੇ ਪਿਆਰੇ ਦੇ ਦਰਸ਼ਨ ਹੋ ਜਾਵੇ, ਇਹ ਬਹੁਤ ਭਾਗਾਂ ਨਾਲ ਰੱਬ ਦੇ ਪਿਆਰੇ ਦਰਸ਼ਨ ਹੁੰਦੇ ਆ। ਪਿਛਲੇ ਜਨਮਾਂ ਦਾ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਪਿਛਲੇ ਜਨਮਾਂ ਦਾ ਫਲ
ਪੂਰਵ ਕਰਮ ਅੰਕੁਰ ਜਾਂ ਪ੍ਰਗਟੇ। ਅੰਕੁਰ ਜਦੋਂ ਫੁੱਟਦਾ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ, ਭੇਟਿਓ ਪੁਰਖ ਰਸਤ ਬੈਰਾਗੀ, ਮਿਟਤ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੜਿਆ ਕਰਦੇ ਆ ਉਹ ਸਮਾਂ ਏਦਾਂ ਹੁੰਦਾ ਰੱਬ ਦੇ ਪਿਆਰੇ ਨੇ। ਕਹਿੰਦੇ ਸੁੱਤੀ ਹੋਈ ਕਿਸਮਤ ਫਿਰ ਜਾਗ ਜਾਂਦੀ ਹੈ। ਪਹਿਲਾਂ ਤਾਂ ਪਤਾ ਨਹੀਂ ਕਿਸੇ ਬੰਦੇ ਨੂੰ ਕੋਈ ਸੰਗਤ ਹੁੰਦੀ ਕੀ ਹੈ। ਜਦੋਂ ਮਹਾਂਪੁਰਖਾਂ ਦਾ ਮੇਲ ਮਿਲਾਪ ਹੁੰਦਾ ਨਾ, ਉਹਨਾਂ ਦੇ ਵਚਨ ਸੁਣੀਦੇ ਆ, ਫਿਰ ਬੰਦਾ ਕਰਦਾ ਯਕੀਨ। ਫਿਰ ਜਿਹੜੀ ਕਿਸਮਤ ਸੁੱਤੀ ਹੁੰਦੀ ਹੈ ਨਾ, ਜਾਗ ਜਾਂਦੀ ਆ। ਸਤਿਨਾਮ ਵਾਹਿਗੁਰੂ। ਜਦੋਂ ਸੁੱਤੀ ਹੋਈ ਕਿਸਮਤ ਜਾਗਦੀ, ਉਹ ਸਮਾਂ ਏਦਾਂ ਦਾ, ਉਦੋਂ ਕਿਸਮਤ ਉਦੋਂ ਹੀ ਜਾਗਦੀ ਹੈ। ਜਦੋਂ ਸੁੱਤੀ ਹੋਈ ਕਿਸਮਤ ਜਾਗਦੀ, ਮੇਲਾ ਹੁੰਦਾ ਪਿਆਰਿਆਂ ਦਾ। ਜਦੋਂ ਸੁੱਤੀ ਹੋਈ ਕਿਸਮਤ ਜਾਗਦੀ, ਮੇਲਾ ਹੁੰਦਾ ਸਾਧੂਆਂ ਦਾ। ਜਨਮ ਜਨਮ ਕੀ ਸੋਈ ਜਾਂਦੀ। ਸੁੱਤੀ ਕਿਸਮਤ ਜਾਗ ਜਾਂਦੀ ਹੈ ਉਦੋਂ। ਪਰ ਇਹਦਾ ਸ਼ੰਕਾਬਾਦੀ ਬਹੁਤ ਹੈ। ਸੰਤ ਇੱਕ ਅਵਸਥਾ ਦਾ ਨਾਮ ਹੈ। ਉਹ ਪੈਂਟ ਕਮੀਜ਼ ਵਿੱਚ ਵੀ ਹੋ ਸਕਦਾ, ਕੁੜਤੇ ਪਜਾਮੇ ਵਿੱਚ, ਚੋੜੇ ਵਿੱਚ ਵੀ ਹੋ ਸਕਦਾ, ਕਿਸੇ ਵੀ ਰੂਪ ਵਿੱਚ ਹੋ ਸਕਦਾ। ਸੰਤ ਇੱਕ ਅਵਸਥਾ ਦਾ ਨਾਮ ਹੈ। ਗੋਲ ਦਸਤਾਰ ਚਿੱਟੇ ਦਾੜੇ ਨੂੰ ਲੰਮੇ ਚੋੜੇ ਨੂੰ ਸੰਤ ਨਹੀਂ ਆਪਾਂ ਕਹਿ ਸਕਦੇ। ਇਹ ਗੱਲ ਸਦਾ ਚੇਤੇ ਰੱਖਿਓ। ਸੰਤ ਗੁਣਾਂ ਦਾ ਨਾਮ ਹੈ। ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੇ ਸਾਰੇ ਸੰਤ ਮਹਾਂਪੁਰਖਾਂ ਬਾਰੇ ਸਾਰੇ ਗੁਣ ਲਿਖੇ ਹੋਏ। ਸੰਤਾਂ ਬਾਰੇ ਸਾਰੇ ਗੁਣ ਲਿਖੇ ਹੋਏ। ਇੱਥੇ ਤਾਂ ਗੱਲ ਨੂੰ ਨਿਬੇੜ ਦਿੱਤੀ ਮਹਾਰਾਜ ਨੇ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਰੱਬ ਦੇ ਪਿਆਰੇ ਕਹਿੰਦੇ ਆਪ ਉਹ ਰੱਬ ਹਨ।
ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਾਸੀ ਕਹਿੰਦੇ ਜਦੋਂ ਰੱਬ ਦੇ ਪਿਆਰੇ ਜਦੋਂ ਦੇਖ ਵੀ ਲੈਣਾ ਉਹਨਾਂ ਦੀ ਤਾਂ ਕਹਿੰਦੇ ਨੇਤਰਾਂ ਵਿੱਚ ਵੀ ਉਹਨਾਂ ਦ੍ਰਿਸ਼ਟੀ ਵਿੱਚ ਵੀ ਅੰਮ੍ਰਿਤ ਹੈ ਤਾਂ ਉਹ ਦ੍ਰਿਸ਼ਟੀ ਨਾਲ ਹੀ ਕਿਰਪਾ ਕਰ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਾਸੀ ਸੰਸਾਰ ਵਿੱਚ ਆਏ ਧੰਨ ਗੁਰੂ ਨਾਨਕ ਮਹਾਰਾਜ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਆਪਾਂ ਸਾਰੇ ਜਾਣਦੇ ਹਾਂ। ਸਾਧੂ ਮਹਾਂਪੁਰਖਾਂ ਦਾ ਸੰਸਾਰ ਵਿੱਚ ਆਉਣਾ ਕੋਈ ਮਾੜੀ ਮੋਟੀ ਗੱਲ ਨਹੀਂ, ਉਹ ਸਾਡੇ ਭਲੇ ਵਾਸਤੇ ਆਉਂਦੇ ਆ।